ਹੈਲੋ ਫਰੈਂਡਸ, ਹਾਈ ਫਾਈ ਜੀਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਆਪ ਸਭ ਨੂੰ ਪਤਾ ਹੀ ਹੈ ਕਿ ਸਾਡੀਆਂ ਇਹਨਾਂ ਵੀਡੀਓਜ਼ ਰਾਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਹੈਗੀ ਆ ਆਲ ਕਲਾਸਿਸ ਦੀ ਹਿਸਟਰੀ ਦੀ ਕੁਐਸਚਨ ਸੀਰੀਜ਼ ਰਾਹੀਂ ਜਿਹੜੀ ਹੈਗੀ ਆ ਤਿਆਰੀ ਕਰਵਾ ਰਹੀ ਹਾਂ ਕੁਐਸਚਨਸ ਦੀ। ਠੀਕ ਹੈ, ਤੇ ਉਹਦੇ ਨਾਲ ਸਾਰੇ ਟੌਪਿਕ ਵੀ ਕਵਰ ਕਰਵਾ ਰਹੀ ਹਾਂ। ਬਟ ਇਹਦੇ ਨਾਲ ਮੈਂ ਕੀ ਹੈ ਕਿ ਹੁਣ ਦੇਖੋ ਜਿਵੇਂ PCS ਦਾ ਨੋਟੀਫਿਕੇਸ਼ਨ ਆਇਆ ਹੋਇਆ ਵਾ, ਬਹੁਤ ਸਾਰੇ ਕੈਂਡੀਡੇਟਸ ਹੋਣਗੇ ਜਿਨ੍ਹਾਂ ਨੇ ਉਹਦੇ ਲਈ ਅਪਲਾਈ ਕੀਤਾ ਹੋਊਗਾ। ਠੀਕ ਆ, ਉਹਦੇ ਲਈ ਸਿਰਫ NCERT ਦੀ ਜਿਹੜੀ ਹੈਗੀ ਆਪਾਂ ਜੇ ਕਹੀਏ ਹਿਸਟਰੀ ਪੜ੍ਹ ਕੇ ਆਪਣਾ ਕਵਰ ਹੋ ਜਾਊਗਾ, ਤਾਂ ਇੱਦਾਂ ਨਹੀਂ ਹੈਗਾ। ਤਾਂ ਉਹਦੇ ਲਈ ਆਪਾਂ ਨੂੰ ਕੀ ਹੈ ਕਿ ਹੋਰ ਡੀਪਲੀ ਹੋਰ ਜ਼ਿਆਦਾ ਬੁੱਕਸ ਪੜ੍ਹਨੀਆਂ ਪੈਣੀਆਂ ਨੇ। ਉਹਦੇ ਲਈ ਮੈਂ ਤੁਹਾਡੇ ਲਈ ਇੱਕ ਨਵੀਂ ਸੀਰੀਜ਼ ਸ਼ੁਰੂ ਕਰ ਰਹੀ ਹਾਂ। ਠੀਕ ਆ, ਜਿਹਦੇ ਵਿੱਚ ਮੈਂ ਹਿਸਟਰੀ ਦੇ ਹਰੇਕ ਜਿਹੜਾ ਵੀ ਮਤਲਬ ਪਰਸਨ ਆ ਉਹਦੇ ਬਾਰੇ ਇਕੱਲੇ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਮੇਰੇ ਕੋਲ ਹੋਊਗੀ ਉਹ ਤੁਹਾਨੂੰ ਸਾਰੀ ਕਵਰ ਕਰਵਾਈ ਜਾਊਗੀ। ਇਹਨਾਂ ਬਾਰੇ ਡੀਪਲੀ ਸਟੱਡੀ ਕਰੀ ਹੋਊਗੀ। ਠੀਕ ਹੈ, ਤਾਂ ਇਹਨਾਂ ਨਾਲ ਰਿਲੇਟਡ ਜਿਹੜੀਆਂ ਕੁਐਸਚਨ ਸੀਰੀਜ਼ ਹੋਣਗੀਆਂ ਉਹ ਵੀ ਤੁਹਾਨੂੰ ਯਾਦ ਕਰਨੀਆਂ ਈਜ਼ੀ ਹੋ ਜਾਣਗੀਆਂ। ਤਾਂ ਅੱਜ ਮੈਂ ਇੱਥੇ ਜਿਹੜਾ ਹੈਗਾ ਤੁਹਾਨੂੰ ਮੈਡੀਵਲ ਹਿਸਟਰੀ ਦਾ ਜਿਹੜਾ ਹੈਗਾ ਪਹਿਲਾ ਟੌਪਿਕ ਮੁਹੰਮਦ ਬਿਨ ਕਾਸਿਮ ਉਹਦੇ ਬਾਰੇ ਪੜ੍ਹਾਉਣ ਜਾ ਰਹੀ ਹਾਂ। ਸਭ ਤੋਂ ਫਸਟ ਪਰਸਨ ਇਹੀ ਆਉਂਦਾ ਵਾ ਜਦੋਂ ਆਪਾਂ ਮੈਡੀਵਲ ਹਿਸਟਰੀ ਸਟਾਰਟ ਕਰਦੇ ਹਾਂ। ਠੀਕ ਹੈ, ਆਓ ਇਸ ਦੇ ਬਾਰੇ ਪੜ੍ਹਦੇ ਹਾਂ। ਮੁਹੰਮਦ ਬਿਨ ਕਾਸਿਮ ਦਾ ਜਨਮ ਕਦੋਂ ਹੋਇਆ? 31 ਦਸੰਬਰ 695 ਈਸਵੀ ਵਿੱਚ ਤਾਈਫ ਨਾਂ ਦਾ ਜਿਹੜਾ ਹੈਗਾ ਸਾਊਦੀ ਅਰਬ ਦਾ ਇੱਕ ਸ਼ਹਿਰ ਆ, ਉੱਥੇ ਇਹਨਾਂ ਦਾ ਜਨਮ ਹੋਇਆ। ਪਿਤਾ ਯੂਸਫ ਬਿਨ ਕਾਸਿਮ, ਪਤਨੀ ਜੁਵੈਦ। ਭਾਰਤ 'ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਸ਼ਾਸਕ ਕੌਣ ਸੀਗਾ? ਮੁਹੰਮਦ ਬਿਨ ਕਾਸਿਮ ਸੀ। ਦੇਖੋ ਜੇ ਪੁੱਛਿਆ ਜਾਵੇ ਕਿ ਭਾਰਤ ਉੱਪਰ ਹਮਲਾ ਕਰਨ ਵਾਲਾ ਪਹਿਲਾ ਜਿਹੜਾ ਮੁਸਲਮਾਨ ਸ਼ਾਸਕ ਕੌਣ ਸੀ, ਤਾਂ ਉਹ ਸੀਗਾ ਮੁਹੰਮਦ ਬਿਨ ਕਾਸਿਮ, ਜਿਹਦੇ ਬਾਰੇ ਆਪਾਂ ਪੜ੍ਹ ਰਹੇ ਹਾਂ। ਅਰਬਾਂ ਦਾ ਭਾਰਤ ਉੱਤੇ ਹਮਲੇ ਦਾ ਪ੍ਰਮੁੱਖ ਕਾਰਨ ਇਸਲਾਮ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ। ਦੇਖੋ ਹੁਣ ਮੁਹੰਮਦ ਬਿਨ ਕਾਸਿਮ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਇੱਕ ਅਰਬ ਸ਼ਾਸਕ ਸੀਗਾ। ਉਹਨੇ ਭਾਰਤ ਉੱਤੇ ਹਮਲਾ ਕੀਤਾ, ਤਾਂ ਉਹਨਾਂ ਦਾ ਮੁੱਖ ਉਦੇਸ਼ ਕੀ ਸੀ ਕਿ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਅਤੇ ਪ੍ਰਸਾਰ ਕਰਨਾ। ਠੀਕ ਹੈ, ਅੱਗੇ ਹੈ ਮੁਹੰਮਦ ਬਿਨ ਕਾਸਿਮ ਨੂੰ ਭਾਰਤ ਜਿੱਤਣ ਲਈ 8ਵੀਂ ਸਦੀ ਵਿੱਚ ਖਲੀਫਾ ਵਾਲਿਦ ਪਹਿਲੇ ਇਰਾਕ ਦਾ ਗਵਰਨਰ ਨੇ ਭੇਜਿਆ ਸੀ। ਦੇਖੋ ਸਭ ਤੋਂ ਪਹਿਲਾਂ ਇਹ ਮੇਨ ਪੁਆਇੰਟ ਆ ਕਿ ਭਾਰਤ ਵਿੱਚ ਉਹ ਆਇਆ ਕਦੋਂ? 8ਵੀਂ ਸਦੀ ਵਿੱਚ। ਫਿਰ ਉਹ ਆਇਆ ਨਹੀਂ ਸੀ, ਉਹਨੂੰ ਭੇਜਿਆ ਗਿਆ ਸੀ ਕਿਹਦੇ ਦੁਆਰਾ? ਜਿਹੜਾ ਸੀਗਾ ਖਲੀਫਾ ਵਾਲਿਦ ਸੀਗਾ ਪਹਿਲਾ। ਠੀਕ ਆ, ਕਿੱਥੋਂ ਦਾ ਖਲੀਫਾ ਸੀ ਉਹ? ਇਰਾਕ ਦਾ ਗਵਰਨਰ ਸੀਗਾ, ਉਹਨੇ ਭੇਜਿਆ ਸੀਗਾ। ਭਾਰਤ 'ਤੇ ਹਮਲਾ ਕਰਨ ਸਮੇਂ ਮੁਹੰਮਦ ਬਿਨ ਕਾਸਿਮ ਦੀ ਉਮਰ ਜਿਹੜੀ ਸੀਗੀ 17 ਸਾਲ ਦੀ ਸੀ। ਫਿਰ ਹੈ ਹਿੰਦੂ ਸ਼ਬਦ ਦਾ ਸਭ ਤੋਂ ਪਹਿਲਾਂ ਪ੍ਰਯੋਗ ਅਰਬਾਂ ਦੁਆਰਾ ਕੀਤਾ ਗਿਆ। ਦੇਖੋ ਭਾਰਤ ਵਿੱਚ ਜਿਹੜਾ ਭਾਰਤ ਲਈ ਹਿੰਦੂ ਸ਼ਬਦ ਦਾ ਪ੍ਰਯੋਗ ਆ ਸਭ ਤੋਂ ਪਹਿਲਾਂ ਕਿਹਨਾਂ ਨੇ ਕੀਤਾ ਭਾਰਤ ਦੇ ਲਈ? ਉਹ ਕੀਤਾ ਅਰਬਾਂ ਨੇ ਕੀਤਾ ਸੀ। ਅੱਗੇ ਹੈ ਅਰਬਾਂ ਦਾ ਭਾਰਤ 'ਤੇ ਪਹਿਲਾ ਹਮਲਾ ਕਦੋਂ ਹੋਇਆ? ਇਹ ਇੰਪੋਰਟੈਂਟ ਹੈ ਇਹਦੇ ਵਿੱਚੋਂ ਫੈਕਟ। 712 ਈਸਵੀ ਵਿੱਚ ਜਿਹੜਾ ਸੀ ਮੁਹੰਮਦ ਬਿਨ ਕਾਸਿਮ ਅਰਬ ਜਿਹੜਾ ਸੀਗਾ ਉਹਨੇ ਸਭ ਤੋਂ ਪਹਿਲਾਂ ਭਾਰਤ 'ਤੇ ਹਮਲਾ ਕੀਤਾ ਸੀਗਾ। ਕਿੱਥੇ ਹਮਲਾ ਕੀਤਾ ਸੀ? ਉਹ ਹਮਲਾ ਕੀਤਾ ਸੀ ਸਿੰਧ ਪ੍ਰਾਂਤ 'ਤੇ। ਅੱਗੇ ਹੈ ਮੁਹੰਮਦ ਬਿਨ ਕਾਸਿਮ ਨੇ ਸਿੰਧ ਦੇ ਰਾਜਾ ਦਾਹਿਰ ਨੂੰ ਹਰਵਾਰ ਦੇ ਯੁੱਧ ਵਿੱਚ ਹਰਾਇਆ। ਦੇਖੋ ਕਈ ਵਾਰ ਇਹ ਕੁਐਸਚਨ ਵੀ ਪੁੱਟ ਕਰ ਲਿਆ ਜਾਂਦਾ ਹੈ ਵੀ ਇੰਪੋਰਟੈਂਟ ਆ ਕਿ ਜਦੋਂ ਮੁਹੰਮਦ ਬਿਨ ਕਾਸਿਮ ਨੇ ਸਿੰਧ 'ਤੇ ਹਮਲਾ ਕੀਤਾ ਜਾਂ ਭਾਰਤ 'ਤੇ ਹਮਲਾ ਕੀਤਾ, ਠੀਕ ਆ, ਤਾਂ ਸਿੰਧ ਦਾ ਜਿਹੜਾ ਸ਼ਾਸਕ ਸੀ ਕੌਣ ਸੀ? ਤਾਂ ਉਹ ਸੀਗਾ ਰਾਜਾ ਦਾਹਿਰ ਸੀਗਾ। ਮੁਹੰਮਦ ਬਿਨ ਕਾਸਿਮ ਨੇ ਸਭ ਤੋਂ ਪਹਿਲਾਂ ਗੈਰ ਮੁਸਲਿਮ ਸਿੰਧ ਵਾਸੀਆਂ ਤੋਂ ਜਜ਼ੀਆ ਕਰ ਵਸੂਲਿਆ। ਹਾਂਜੀ, ਦੇਖੋ ਜਜ਼ੀਆ ਕਰ ਆ ਜਿਹੜਾ ਇਹ ਇੱਕ ਤਰ੍ਹਾਂ ਦਾ ਟੈਕਸ ਆ ਜਿਹੜਾ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ, ਜੇ ਆਪਾਂ ਕਹਿ ਦਈਏ ਹਿੰਦੂਆਂ ਤੋਂ, ਠੀਕ ਆ, ਲਿਆ ਜਾਂਦਾ ਸੀਗਾ। ਇਹ ਸਭ ਤੋਂ ਪਹਿਲਾਂ ਜਿਹੜਾ ਕਿਹਨੇ ਲੈਣਾ ਸ਼ੁਰੂ ਕੀਤਾ ਸੀਗਾ? ਮੁਹੰਮਦ ਬਿਨ ਕਾਸਿਮ ਨੇ। ਜੇ ਇਸ ਦੇ ਦੂਜੇ ਪਾਸੇ ਆਪਾਂ ਇਹ ਗੱਲ ਕਰੀਏ ਕਿ ਦਿੱਲੀ ਸਲਤਨਤ ਕਾਲ ਦਾ ਕਿਹੜਾ ਸ਼ਾਸਕ ਸੀਗਾ ਜਿਹਨੇ ਜਜ਼ੀਆ ਕਰ ਲਾਗੂ ਕੀਤਾ ਸੀ, ਤਾਂ ਉਹ ਸੀਗਾ ਫਿਰੋਜ਼ ਤੁਗਲਕ। ਠੀਕ ਹੈ, ਇਹ ਚੀਜ਼ ਯਾਦ ਰੱਖਣੀ ਆ ਕਿ ਸਿੰਧ ਪ੍ਰਾਂਤ 'ਤੇ ਜਿਹੜਾ ਹੈਗਾ ਜਾਂ ਕਿਹੜੇ ਮੁਸਲਮਾਨ ਸ਼ਾਸਕ ਨੇ ਲਾਇਆ ਸੀ, ਤਾਂ ਉਹ ਲਾਇਆ ਸੀ ਮੁਹੰਮਦ ਬਿਨ ਕਾਸਿਮ ਨੇ। ਅਤੇ ਦਿੱਲੀ ਸਲਤਨਤ ਦੇ ਕਿਹੜੇ ਸ਼ਾਸਕ ਨੇ ਸ਼ੁਰੂ ਕੀਤਾ ਸੀ, ਤਾਂ ਉਹ ਕੀਤਾ ਸੀਗਾ ਫਿਰੋਜ਼ ਸ਼ਾਹ ਤੁਗਲਕ ਨੇ। ਅੱਗੇ ਹੈ 781 ਵਿੱਚ ਸਿੰਧ ਪ੍ਰਾਂਤ ਤੋਂ ਅਰਬਾਂ ਦਾ ਪ੍ਰਭਾਵ ਜਿਹੜਾ ਸੀ ਖਤਮ ਹੋ ਗਿਆ ਅਤੇ ਸਿੰਧ ਦੋ ਭਾਗਾਂ ਵਿੱਚ ਵੰਡਿਆ ਗਿਆ। ਹੁਣ 781 ਈਸਵੀ ਦੇ ਵਿੱਚ ਜਿਹੜਾ ਸੀਗਾ ਅਰਬ ਆਏ ਸੀਗੇ, ਉਹਨਾਂ ਨੇ ਹਮਲਾ ਕੀਤਾ ਸੀ, ਉਹਨਾਂ ਦਾ ਹੁਣ ਪ੍ਰਭਾਵ ਜਿਹੜਾ ਸੀ ਬਿਲਕੁਲ ਖਤਮ ਹੋ ਗਿਆ ਸੀ ਅਤੇ ਜਿਹੜਾ ਸਿੰਧ ਪ੍ਰਾਂਤ ਸੀ ਉਹ ਦੋ ਭਾਗਾਂ ਵਿੱਚ ਵੰਡਿਆ ਗਿਆ ਸੀਗਾ। ਮੁਹੰਮਦ ਬਿਨ ਕਾਸਿਮ ਦੇ ਹਮਲੇ ਦੀ ਜਾਣਕਾਰੀ ਦੇਣ ਵਾਲਾ ਸਰੋਤ ਚਚਨਾਮਾ ਨਾਮਕ ਅਰਬੀ ਭਾਸ਼ਾ ਦਾ ਗ੍ਰੰਥ ਹੈ। ਦੇਖੋ ਆਪਾਂ ਮੁਹੰਮਦ ਬਿਨ ਕਾਸਿਮ ਆ ਜਿਹੜਾ ਉਹਦੇ ਹਮਲਿਆਂ ਬਾਰੇ ਪੜ੍ਹ ਰਹੇ ਹਾਂ, ਠੀਕ ਆ, ਜਾਂ ਉਹਦੀ ਜੋ ਵੀ ਲਾਈਫ ਬਾਰੇ ਪੜ੍ਹ ਰਹੇ ਹਾਂ, ਆਪਾਂ ਨੂੰ ਉਹਦੀ ਜਾਣਕਾਰੀ ਕਿੱਥੋਂ ਮਿਲਦੀ ਆ? ਉਹਦੇ ਹਮਲਿਆਂ ਦੀ ਚਚਨਾਮਾ ਨਾਮ ਦਾ ਇੱਕ ਗ੍ਰੰਥ ਆ ਉਹਦੇ ਤੋਂ ਮਿਲਦੀ ਆ। ਅਤੇ ਇਹਦਾ ਲੇਖਕ ਕੌਣ ਆ? ਅੱਗੇ ਇੰਪੋਰਟੈਂਟ ਇਹ ਆ ਕਿ ਜਿਹੜਾ ਚਚਨਾਮਾ ਦਾ ਲੇਖਕ ਆ ਉਹ ਹੈਗਾ ਵਾ ਅਲੀ ਅਹਿਮਦ। ਠੀਕ ਹੈ, ਇਹ ਇੰਪੋਰਟੈਂਟ ਫੈਕਟ ਹੈ, ਐਗਜ਼ਾਮ ਦੇ
ਪੁਆਇੰਟ ਆਫ ਵਿਊ ਤੋਂ ਕਈ ਵਾਰ ਇਹ ਪੁੱਛ ਲਿਆ ਜਾਂਦਾ ਕਿ ਅਰਬ ਆ ਜਿਹੜੇ, ਠੀਕ ਆ, ਉਹਨਾਂ ਦੇ ਹਮਲੇ ਦੀ ਜਾਣਕਾਰੀ ਕਿਹੜੇ ਗ੍ਰੰਥ ਤੋਂ ਮਿਲਦੀ ਆ, ਤਾਂ ਆਪਾਂ ਕਹਾਂਗੇ ਚਚਨਾਮਾ। ਜੇ ਕਈ ਵਾਰ ਇਹ ਪੁੱਛ ਲਿਆ ਜਾਂਦਾ ਕਿ ਚਚਨਾਮਾ ਦਾ ਲੇਖਕ ਕੌਣ ਆ, ਅਲੀ ਅਹਿਮਦ ਆ, ਜਾਂ ਉਲਟ ਕੁਐਸਚਨ ਪੁੱਛ ਲਿਆ ਜਾਂਦਾ ਕਿ ਅਲੀ ਅਹਿਮਦ ਨੇ ਕਿਹੜਾ ਗ੍ਰੰਥ ਲਿਖਿਆ, ਤਾਂ ਉਹਦਾ ਆਨਸਰ ਹੋਊਗਾ ਚਚਨਾਮਾ। ਇਸ ਲਈ ਇਹ ਚੀਜ਼ ਤੁਸੀਂ ਯਾਦ ਰੱਖਣੀ ਆ, ਕਿਉਂਕਿ ਬੁੱਕਸ ਨਾਲ ਰਿਲੇਟਡ ਕੁਐਸਚਨ ਕੋਈ ਨਾ ਕੋਈ ਤਾਂ ਪੁੱਛਿਆ ਹੀ ਜਾਂਦਾ ਵਾ ਪੇਪਰ ਦੇ ਵਿੱਚ। ਅੱਗੇ ਹੈ, ਮੁਹੰਮਦ ਬਿਨ ਕਾਸਿਮ ਨੂੰ ਭਾਰਤ ਵਿੱਚ ਇਸਲਾਮ ਧਰਮ ਲਿਆਉਣ ਦਾ ਸਿਹਰਾ ਜਾਂਦਾ ਹੈ। ਭਾਰਤ ਵਿੱਚ ਦੇਖੋ ਇਸਲਾਮ ਧਰਮ ਜਿਹੜਾ ਸੀਗਾ ਕੌਣ ਲੈ ਕੇ ਆਇਆ ਉਹਨੂੰ, ਮੁਹੰਮਦ ਬਿਨ ਕਾਸਿਮ ਲੈ ਕੇ ਆਇਆ, ਠੀਕ ਆ। ਵੈਸੇ ਤਾਂ ਇਸਲਾਮ ਧਰਮ ਦੀ ਸਥਾਪਨਾ ਕਿਹਨੇ ਕੀਤੀ ਆ, ਹਜ਼ਰਤ ਮੁਹੰਮਦ ਸਾਹਿਬ ਨੇ ਕੀਤੀ ਆ, ਠੀਕ ਆ। ਪਰ ਹੁਣ ਉਹਨੂੰ ਭਾਰਤ ਵਿੱਚ ਕੌਣ ਲੈ ਕੇ ਆਇਆ, ਹਜ਼ਰਤ ਮੁਹੰਮਦ ਸਾਹਿਬ ਨੇ ਜਿਹੜੀ ਹੈਗੀ ਆ ਇਸਲਾਮ ਧਰਮ ਦੀ ਸਥਾਪਨਾ ਕੀਤੀ ਸੀਗੀ, ਅਤੇ ਉਹਨੂੰ ਭਾਰਤ ਵਿੱਚ ਲੈ ਕੇ ਆਇਆ ਮੁਹੰਮਦ ਬਿਨ ਕਾਸਿਮ, ਠੀਕ ਆ। ਉਹਦਾ ਸਿਹਰਾ ਜਿਹੜਾ ਉਹਨੂੰ ਜਾਂਦਾ ਵਾ। ਫਿਰ ਹੈਗਾ ਕੁਝ ਮਹੱਤਵਪੂਰਨ ਜਿਹੜੇ ਸ਼ਬਦ ਨੇ, ਠੀਕ ਆ, ਮੁਸਲਮਾਨ ਯੂਜ਼ ਕਰਦੇ ਸੀ, ਉਹਨਾਂ ਦਾ ਆਪਾਂ ਪੜ੍ਹਦੇ ਹਾਂ ਕਿ ਕੀ ਮੀਨਿੰਗ ਹੁੰਦਾ। ਉਲਮਾ ਜਿਹੜੇ ਸੀ ਕੌਣ ਸੀ, ਇਹ ਧਾਰਮਿਕ ਗੁਰੂ ਸੀਗੇ ਮੁਸਲਮਾਨਾਂ ਦੇ। ਖਲੀਫਾ ਕਿਹਨੂੰ ਕਿਹਾ ਜਾਂਦਾ ਸੀ, ਜਿਹੜਾ ਧਾਰਮਿਕ ਪ੍ਰਮੁੱਖ ਧਾਰਮਿਕ ਨੇਤਾ ਹੁੰਦਾ ਸੀ ਉਹਨਾਂ ਦਾ, ਠੀਕ ਆ, ਉਹਨੂੰ ਕਿਹਾ ਜਾਂਦਾ ਸੀ ਖਲੀਫਾ। ਕਾਜੀ ਜਿਹੜਾ ਸੀਗਾ ਧਾਰਮਿਕ ਜੱਜ ਹੁੰਦਾ ਸੀ ਉਹਨਾਂ ਦਾ, ਉਹਨੂੰ ਕਾਜੀ ਕਿਹਾ ਜਾਂਦਾ ਸੀ। ਸ਼ਰੀਅਤ ਕਿਹਾ ਜਾਂਦਾ ਸੀ ਕਿ ਇਸਲਾਮਿਕ ਕਾਨੂੰਨ ਹੁੰਦੇ ਸੀ ਜਿਹੜੇ ਇਸਲਾਮ ਦੇ, ਉਹਨੂੰ ਸ਼ਰੀਅਤ ਕਿਹਾ ਜਾਂਦਾ ਸੀਗਾ। ਅੱਗੇ ਹੈ ਗਾਜੀ। ਗਾਜੀ ਦਾ ਮਤਲਬ ਹੁੰਦਾ ਕਿ ਹਮੇਸ਼ਾ ਜਿੱਤਣ ਵਾਲਾ। ਕਾਫੀ ਸਾਰੇ ਅੱਗੇ ਤੱਕ ਆਪਾਂ ਪੜ੍ਹਾਂਗੇ ਸ਼ਾਸਕ ਵੀ ਆਉਣਗੇ ਜਿਨ੍ਹਾਂ ਨੇ ਉਪਾਧੀ ਵੀ ਧਾਰਨ ਕੀਤੀ ਆ। ਅੱਗੇ ਹੈ, ਨਾਗਭੱਟ ਪਹਿਲੇ ਨੇ ਅਰਬਾਂ ਨੂੰ ਸਿੰਧ ਤੋਂ ਅੱਗੇ ਨਹੀਂ ਵਧਣ ਦਿੱਤਾ। ਦੇਖੋ ਆਪਾਂ ਉੱਥੇ ਪੜ੍ਹਿਆ ਸੀ ਨਾ ਕਿ ਜਿਹੜਾ ਸੀਗਾ ਉਹਨਾਂ ਦਾ ਰਾਜ ਖਤਮ ਹੋ ਗਿਆ ਸੀਗਾ ਸਿੰਧ ਤੱਕ ਆ ਕੇ, ਸਿੰਧ ਤੋਂ ਅੱਗੇ ਉਹਨਾਂ ਨੂੰ ਵਧਣ ਨਹੀਂ ਦਿੱਤਾ ਸੀ। ਪਰ ਉਹਨਾਂ ਨੂੰ ਉੱਥੇ ਰੋਕਿਆ ਕਿਹਨੇ ਸੀ, ਤਾਂ ਉਹ ਸ਼ਾਸਕ ਸੀਗਾ ਨਾਗਭੱਟ ਪਹਿਲਾ। ਨਾਗਭੱਟ ਪਹਿਲਾ ਜਿਹੜਾ ਸੀਗਾ ਉਹਨੇ ਜਿਹੜਾ ਸੀਗਾ ਅਰਬਾਂ ਨੂੰ ਸਿੰਧ ਤੋਂ ਅੱਗੇ ਤੱਕ ਨਹੀਂ ਵਧਣ ਦਿੱਤਾ ਸੀ, ਉੱਥੇ ਹੀ ਰੋਕਦਾ ਸੀਗਾ। ਅੱਗੇ ਹੈਗਾ ਕਿ ਇਸ ਦੀ ਜਾਣਕਾਰੀ ਸਾਨੂੰ ਕੀ ਤੋਂ ਮਿਲਦੀ ਆ। ਹੁਣ ਦੇਖੋ ਪਹਿਲਾਂ ਤਾਂ ਆਪਾਂ ਉਹਨਾਂ ਦੇ ਹਮਲੇ ਦੀ ਜਾਣਕਾਰੀ ਤਾਂ ਆਪਾਂ ਨੂੰ ਚਚਨਾਮਾ ਤੋਂ ਮਿਲਦੀ ਆ। ਹੁਣ ਜਿਹੜਾ ਉਹਨਾਂ ਨੂੰ ਸਿੰਧ ਤੋਂ ਅੱਗੇ ਨਹੀਂ ਵਧਣ ਦਿੱਤਾ ਨਾਗਭੱਟ ਪਹਿਲੇ ਨੇ, ਹੈ ਨਾ, ਉਹਦੀ ਜਾਣਕਾਰੀ ਆਪਾਂ ਨੂੰ ਕੀ ਤੋਂ ਮਿਲਦੀ ਆ, ਉਹ ਮਿਲਦੀ ਆ ਆਪਾਂ ਨੂੰ ਗਵਾਲੀਅਰ ਅਭਿਲੇਖ ਤੋਂ ਮਿਲਦੀ ਆ, ਠੀਕ ਹੈ। ਇਹ ਵੀ ਇੰਪੋਰਟੈਂਟ ਆ। ਅੱਗੇ ਹੈ, ਸਿੰਧ ਦੀ ਜਿੱਤ ਆ ਜਿਹੜੀ ਮੁਹੰਮਦ ਬਿਨ ਕਾਸਿਮ ਨੂੰ ਕਦੋਂ ਹੋਈ ਆ, 712 ਈਸਵੀ ਵਿੱਚ, ਅਤੇ ਨਾਲ ਹੀ ਨਾਲ ਉਹਨੇ 1 ਸਾਲ ਬਾਅਦ ਹੀ ਜਿਹੜਾ ਸੀਗਾ ਮੁਲਤਾਨ 'ਤੇ ਜਿੱਤ ਪ੍ਰਾਪਤ ਕਰ ਲਈ 713 ਈਸਵੀ ਦੇ ਵਿੱਚ। ਇਹ ਦੋਨੇ ਯਾਦ ਰੱਖਣੇ ਆ, ਇਹ ਇੰਪੋਰਟੈਂਟ ਨੇ। ਫਿਰ ਹੈਗਾ ਅਰਬਾਂ ਨੇ ਦਰਮ ਨਾਂ ਦੇ ਸੋਨੇ ਦੇ ਸਿੱਕੇ ਚਲਾਏ। ਫਿਰ ਅਰਬ ਜਦੋਂ ਇੰਡੀਆ ਵਿੱਚ ਆਏ ਤਾਂ ਉਹਨਾਂ ਨੇ ਸਿੱਕੇ ਚਲਾਏ। ਕਿਹੜੇ ਸਿੱਕੇ ਚਲਾਏ, ਦਰਮ ਨਾਂ ਦੇ ਸੋਨੇ ਦੇ ਸਿੱਕੇ ਚਲਾਏ ਸੀ ਉਹਨਾਂ ਨੇ। ਹੁਣ ਹੈ ਮੁਹੰਮਦ ਬਿਨ ਕਾਸਿਮ ਦੇ ਅਭਿਆਨ। ਹੁਣ ਦੇਖਦੇ ਆਪਾਂ ਉਹਦੇ ਅਭਿਆਨ। ਸਭ ਤੋਂ ਪਹਿਲਾਂ ਹੈ ਦੇਵਲ ਅਭਿਆਨ। ਇਹ ਕਦੋਂ ਹੋਇਆ, 712 ਈਸਵੀ ਵਿੱਚ ਹੋਇਆ। ਮੁਹੰਮਦ ਬਿਨ ਕਾਸਿਮ ਨੇ ਦੇਵਲ ਨਾਂ ਦੀ ਬੰਦਰਗਾਹ ਨੂੰ ਘੇਰ ਲਿਆ। ਇੱਥੇ ਦਾਹਿਰ ਦੇ ਭਤੀਜੇ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ, ਪਰ ਕੀ ਸੀਗਾ ਕਿ ਜਿਹੜੇ ਧੋਖੇਬਾਜ਼ ਬ੍ਰਾਹਮਣ ਸੀਗੇ ਉਹਨਾਂ ਨੇ ਮੁਹੰਮਦ ਬਿਨ ਕਾਸਿਮ ਦਾ ਸਾਥ ਦਿੱਤਾ ਸੀ। ਉਹਦੇ ਕਰਕੇ ਜਿਹੜਾ ਸੀ ਦੇਵਲ 'ਤੇ ਜਲਦੀ ਹੀ ਮੁਹੰਮਦ ਬਿਨ ਕਾਸਿਮ ਨੂੰ ਜਿੱਤ ਪ੍ਰਾਪਤ ਹੋ ਗਈ ਸੀਗੀ। ਇਹ ਤੋਂ ਬਾਅਦ ਉਹ ਅੱਗੇ ਨਿਰੂਨ ਵੱਲ ਵਧਿਆ। ਫਿਰ ਆ ਗਿਆ ਨਿਰੂਨ ਦਾ ਅਭਿਆਨ। ਇੱਥੇ ਜਿਹੜੇ ਬੋਧੀ ਭਿਕਸ਼ੂਆਂ ਨੇ ਬਿਨਾਂ ਯੁੱਧ ਕੀਤੇ ਕੀ ਸੀਗਾ ਕਿ ਜਿਹੜਾ ਮੁਹੰਮਦ ਬਿਨ ਕਾਸਿਮ ਸੀ ਉਹਦੀ ਅਧੀਨਤਾ ਸਵੀਕਾਰ ਕਰ ਲਈ ਸੀ, ਉਹਨਾਂ ਨੇ ਯੁੱਧ ਨਹੀਂ ਕੀਤਾ ਸੀ। ਅੱਗੇ ਹੈਗਾ ਸੈਵਨ ਅਭਿਆਨ। ਇੱਥੇ ਜਿਹੜਾ ਸੀ ਦਾਹਿਰ ਦਾ ਚਚੇਰਾ ਭਰਾ ਸੀ, ਉਹਦਾ ਨਾਂ ਸੀਗਾ ਮਜਰਾ, ਉਹਦਾ ਸ਼ਾਸਨ ਸੀਗਾ। ਉਸਨੇ ਕੀ ਕੀਤਾ ਕਿ ਥੋੜ੍ਹਾ ਬਹੁਤ ਤਾਂ ਇਹਦਾ ਵਿਰੋਧ ਕੀਤਾ, ਪਰ ਵਿਰੋਧ ਕਰਨ ਤੋਂ ਬਾਅਦ ਉਹਦੀ ਅਧੀਨਤਾ ਸਵੀਕਾਰ ਕਰ ਲਈ ਸੀਗੀ। ਫਿਰ ਹੈਗਾ ਰਾਵਰ ਦਾ ਅਭਿਆਨ, ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਸੈਵਨ ਨੂੰ ਜਿੱਤਣ ਤੋਂ ਬਾਅਦ ਮੁਹੰਮਦ ਬਿਨ ਕਾਸਿਮ ਨੇ ਸਿੰਧ ਦੇ ਰਾਜਾ ਦਾਹਿਰ 'ਤੇ ਹਮਲਾ ਕੀਤਾ, ਠੀਕ ਹੈ। ਦਾਹਿਰ ਨੇ ਆਪਣੀ ਸੈਨਾ ਸਮੇਤ ਭੱਜ ਕੇ ਰਾਵਰ ਵਿੱਚ ਸ਼ਰਨ ਲਈ, ਜਿੱਥੇ ਸੀਗਾ ਕਿ ਦਾਹਿਰ ਅਤੇ ਕਾਸਿਮ ਦੀ ਸੈਨਾ ਜਿਹੜੀ ਸੀਗੀ ਉਹਨਾਂ ਵਿੱਚ 20 ਜੂਨ 712 ਈਸਵੀ ਵਿੱਚ ਭਿਆਨਕ ਯੁੱਧ ਹੋਇਆ ਸੀ। ਹਾਂਜੀ, ਦਾਹਿਰ ਦੇ ਵਿੱਚ ਅਤੇ ਮੁਹੰਮਦ ਬਿਨ ਕਾਸਿਮ ਦੇ ਵਿੱਚ ਜਿਹੜਾ ਯੁੱਧ ਹੋਇਆ ਸੀ ਉਹ ਹੋਇਆ ਸੀ 20 ਜੂਨ 712 ਈਸਵੀ ਦੇ ਵਿੱਚ ਹੋਇਆ ਸੀਗਾ। ਯੁੱਧ ਦੌਰਾਨ ਜਿਹੜਾ ਦਾਹਿਰ ਸੀਗਾ ਉਹਦੀ ਮੌਤ ਹੋ ਗਈ ਸੀ, ਅਤੇ ਰਾਜਾ ਦਾਹਿਰ ਦੀ ਜਿਹੜੀ ਵਿਧਵਾ ਪਤਨੀ ਸੀ ਉਹਦਾ ਨਾਂ ਰਾਣੀ ਬਾਈ ਸੀਗਾ। ਉਹਨੇ ਜੌਹਰ ਦੀ ਰਸਮ ਜਿਹੜੀ ਸੀ ਨਿਭਾਈ ਸੀ, ਜੋ ਕਿ ਭਾਰਤੀ ਇਤਿਹਾਸ ਦੀ ਪਹਿਲੀ ਜੌਹਰ ਪ੍ਰਥਾ ਮੰਨੀ ਗਈ ਆ। ਦੇਖੋ ਜੌਹਰ ਪ੍ਰਥਾ ਕੀ ਹੁੰਦੀ ਆ, ਇਹਦੇ ਵਿੱਚ ਇਹ ਹੁੰਦਾ ਸੀ ਕਿ ਜਦੋਂ ਮਤਲਬ ਰਾਣੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਉਹਨਾਂ ਦਾ ਪਤੀ ਆ ਜਿਹੜਾ ਯੁੱਧ ਵਿੱਚ ਹਾਰਨ ਵਾਲਾ ਵਾ, ਤਾਂ ਉਹ ਆਪਣੇ ਆਪ ਨੂੰ ਅਗਨੀ ਦੇ ਵਿੱਚ ਜਿਹੜੀਆਂ ਸੀਗੀਆਂ ਹੈ ਨਾ ਬੈਠ ਕੇ ਭਸਮ ਕਰ ਲੈਂਦੀਆਂ ਸੀਗੀਆਂ, ਜਾਣੀ ਕਿ ਅਗਨੀ ਦੇ ਵਿੱਚ। ਇਹਦੀ ਉਦਾਹਰਨ ਤੁਸੀਂ ਜਿਹੜੀ ਮੂਵੀ ਆਈ ਸੀਗੀ ਪਦਮਾਵਤ ਮੂਵੀ, ਉਹਦੇ ਵਿੱਚ ਦੇਖ ਸਕਦੇ ਹੋ। ਅੱਗੇ ਹੈ ਬ੍ਰਾਹਮਣਵਾਦ ਅਭਿਆਨ। ਇੱਥੇ ਕੀ ਸੀਗਾ ਕਿ ਦਾਹਿਰ ਦਾ ਪੁੱਤਰ ਜਿਹੜਾ ਜੈ ਸਿੰਘ ਸੀਗਾ ਉਹ ਸ਼ਾਸਨ ਕਰ ਰਿਹਾ ਸੀਗਾ। ਮੁਹੰਮਦ ਬਿਨ ਕਾਸਿਮ ਅਤੇ ਜੈ ਸਿੰਘ ਦੇ ਵਿਚਕਾਰ ਬ੍ਰਾਹਮਣਵਾਦ ਵਿੱਚ ਇੱਕ ਭਿਆਨਕ ਯੁੱਧ ਹੋਇਆ ਸੀ, ਜਿਹਦੇ ਵਿੱਚ ਲਗਭਗ ਕਹਿ ਦਈਏ ਆਪਾਂ 20,000 ਲੋਕ ਜਿਹੜੇ ਮਾਰੇ ਗਏ ਸੀ, ਅਤੇ ਅੰਤ ਵਿੱਚ ਹਾਰਨ ਤੋਂ ਬਾਅਦ ਜਿਹੜਾ ਜੈ ਸਿੰਘ ਸੀਗਾ ਉਹ ਯੁੱਧ ਭੂਮੀ ਛੱਡ ਕੇ ਵਿੱਚੋਂ ਹੀ ਭੱਜ ਗਿਆ ਸੀਗਾ।
ਤੇ ਜਦ ਤੋਂ ਬਾਅਦ ਕਾਸਿਮ ਨੇ ਕੀ ਕੀਤਾ ਕਿ ਜਿਹੜੀ ਦਾਹਿਰ ਦੀ ਦੂਸਰੀ ਪਤਨੀ ਸੀ, ਉਹਦਾ ਨਾਂ ਜਿਹੜੀ ਵਿਧਵਾ ਸੀਗੀ ਜਿਹੜੀ, ਉਹਦਾ ਨਾਂ ਸੀਗਾ ਲਾਡ ਦੇਵੀ, ਤੇ ਉਹਦੀਆਂ 2 ਪੁੱਤਰੀਆਂ ਸੀਗੀਆਂ ਸੂਰਿਆ ਬਾਈ ਤੇ ਪਰਮਲ ਬਾਈ। ਹਾਂਜੀ, ਉਹਦੀ ਪਤਨੀ ਦਾ ਨਾਂ ਸੀਗਾ ਲਾਡ ਦੇਵੀ ਤੇ ਜਿਹੜੀਆਂ ਪੁੱਤਰੀਆਂ ਸੀ ਸੂਰਿਆ ਬਾਈ ਤੇ ਪਰਮਲ ਬਾਈ ਸੀ, ਇਹਨਾਂ ਤਿੰਨਾਂ ਨੂੰ ਜਿਹੜਾ ਸੀ ਗਜਨੀ ਭੇਜ ਦਿੱਤਾ ਸੀਗਾ। ਫਿਰ ਹੈਗਾ ਅਰੋਰ ਜਾਂ ਅਲੌਰ ਅਭਿਆਨ। ਇਹ ਸਿੰਧ ਦੀ ਰਾਜਧਾਨੀ ਸੀ। ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਾਹਿਰ ਦੇ ਇੱਕ ਪੁੱਤਰ ਦੇ ਹੱਥ ਸੀ ਤੇ ਇਸ ਉੱਤੇ ਵੀ ਕੀ ਸੀਗਾ ਕਿ ਮੁਹੰਮਦ ਬਿਨ ਕਾਸਿਮ ਨੇ ਅਧਿਕਾਰ ਕਰ ਲਿਆ ਸੀਗਾ। ਮੁਲਤਾਨ ਅਭਿਆਨ ਜਿਹੜਾ ਹੈਗਾ 713 ਈਸਵੀ ਵਿੱਚ ਹੋਇਆ। ਇਹ ਇੰਪੋਰਟੈਂਟ ਆ, ਯਾਦ ਰੱਖਣ ਵਾਲਾ ਵਾ। ਇਹ ਲਾਸਟ ਅਭਿਆਨ ਸੀਗਾ ਮੁਹੰਮਦ ਬਿਨ ਕਾਸਿਮ ਦਾ। ਇਹਦੇ ਵਿੱਚ ਉਹਨੇ ਕੀ ਸੀਗਾ ਕਿ ਮੁਲਤਾਨ ਦੇ ਉੱਤੇ ਆਪਣਾ ਅਧਿਕਾਰ ਕਰ ਲਿਆ ਸੀਗਾ। ਠੀਕ ਹੈ, ਅਧਿਕਾਰ ਕਰਨ ਤੋਂ ਬਾਅਦ ਜਿਹੜਾ ਮੁਹੰਮਦ ਬਿਨ ਕਾਸਿਮ ਸੀ, ਉਹਨੇ ਮੁਲਤਾਨ ਨੂੰ ਸਵਰਨ ਨਗਰ ਦਾ ਨਾਮ ਦਿੱਤਾ ਸੀਗਾ। ਹਾਂਜੀ, ਕਿਹਨੇ ਦਿੱਤਾ ਸੀ? ਮੁਹੰਮਦ ਬਿਨ ਕਾਸਿਮ ਨੇ ਦਿੱਤਾ। ਕਿਹਨੂੰ ਸੀਗਾ? ਮੁਲਤਾਨ ਨੂੰ। ਨਾਮ ਕਿਹੜਾ ਦਿੱਤਾ? ਸਵਰਨ ਨਗਰ ਦਾ। ਇਹ ਤਿੰਨੇ ਫੈਕਟ ਆ ਜਿਹੜੇ ਤੁਸੀਂ ਯਾਦ ਰੱਖਣੇ ਆ। ਹੁਣ ਸਵਰਨ ਨਗਰ ਦਾ ਨਾਮ ਕਿਉਂ ਦਿੱਤਾ? ਕਿਉਂਕਿ ਜਿਸ ਟਾਈਮ ਉਹਨੇ ਮੁਲਤਾਨ 'ਤੇ ਹਮਲਾ ਕੀਤਾ ਸੀ ਤਾਂ ਉਸ ਟਾਈਮ ਉਹਨਾਂ ਨੂੰ ਜਿਹੜੇ ਅਰਬ ਸੀਗੇ ਉੱਥੋਂ ਬਹੁਤ ਹੀ ਵੱਡੀ ਮਾਤਰਾ ਵਿੱਚ ਸੋਨਾ ਤੇ ਜਿਹੜਾ ਸੀ ਧਨ ਦੌਲਤ ਪ੍ਰਾਪਤ ਹੋਇਆ ਸੀਗਾ। ਲਾਸਟ ਟਾਈਮ ਮੁਹੰਮਦ ਬਿਨ ਕਾਸਿਮ ਦੀ ਮੌਤ। ਮੁਹੰਮਦ ਬਿਨ ਕਾਸਿਮ ਦੀ ਮੌਤ ਆ ਜਿਹੜੀ ਉਹ 18 ਜੁਲਾਈ 715 ਈਸਵੀ ਵਿੱਚ ਹੋਈ ਆ। ਤੇ ਕਿੱਥੇ ਹੋਈ ਆ? ਮੌਸਲ ਨਾਂ ਦਾ ਸਥਾਨ ਸੀਗਾ, ਕਿੱਥੇ? ਇਰਾਕ ਦੇ ਵਿੱਚ ਆ ਜਿਹੜਾ, ਉੱਥੇ ਉਹਦੀ ਮੌਤ ਹੋਈ ਆ। ਇਸ ਦੇ ਨਾਲ ਹੀ ਮੇਰੀ ਅੱਜ ਦੀ ਇਹ ਵੀਡੀਓ ਜਿਹੜੀ ਖਤਮ ਹੁੰਦੀ ਆ। ਤੇ ਮੈਂ ਜਿਹੜੀ ਹੈਗੀ ਆ ਇਹਨਾਂ ਵੀਡੀਓਜ਼ ਦੇ ਰਾਹੀਂ ਤੁਹਾਨੂੰ PCS ਦੀ ਪੂਰੀ ਹਿਸਟਰੀ ਕਵਰ ਕਰਵਾਉਂਗੀ। ਹਿਸਟਰੀ ਚਾਹੇ ਉਹ ਐਂਸੀਐਂਟ ਆ, ਮੈਡੀਵਲ ਆ ਜਾਂ ਮਾਡਰਨ ਆ। ਠੀਕ ਆ, ਇਹਨਾਂ ਤਿੰਨਾਂ ਨਾਲ ਰਿਲੇਟਡ ਜਿੰਨੇ ਵੀ ਜਿਹੜੇ ਆਪਾਂ ਕਹਿ ਦਈਏ ਇੰਪੋਰਟੈਂਟ ਪਰਸਨ ਨੇ, ਠੀਕ ਆ, ਹਿਸਟਰੀ ਨਾਲ ਰਿਲੇਟਡ, ਮੈਂ ਉਹਨਾਂ ਸਾਰਿਆਂ ਬਾਰੇ ਇਕੱਲੇ ਬਾਰੇ ਤੁਹਾਨੂੰ ਇਹਨਾਂ ਵੀਡੀਓਜ਼ ਰਾਹੀਂ ਡੀਪਲੀ ਪੜ੍ਹਾਉਂਗੀ। ਇਹ ਨਵੀਂ ਸੀਰੀਜ਼ ਮੈਂ ਸਪੈਸ਼ਲੀ PCS ਲਈ ਸ਼ੁਰੂ ਕੀਤੀ ਆ। ਇਹ ਤੋਂ ਬਿਨਾਂ ਮਾਸਟਰ ਕੇਡਰ ਵਾਲੇ ਜਾਂ PS ਟੈਟ ਹੈ ਨਾ ਵਾਲੇ ਜਾਂ ਆਪਾਂ ਕਹਿ ਦਈਏ ETT ਸੈਕਿੰਡ ਵਾਲੇ, ਉਹ ਵੀ ਜਿਹੜੀ ਹੈਗੀ ਆ ਇਹਨਾਂ ਵੀਡੀਓ ਨੂੰ ਦੇਖ ਕੇ ਆਪਣੇ ਪੇਪਰ ਦੀ ਵਧੀਆ ਤਿਆਰੀ ਕਰ ਸਕਦੇ ਆ। ਕਿਉਂਕਿ ਜੇ ਤੁਸੀਂ ਸਟੋਰੀ ਟਾਈਪ ਪਹਿਲਾਂ ਪੜ੍ਹਿਆ ਹੋਊਗਾ ਤਾਂ ਤੁਹਾਨੂੰ ਕੁਐਸਚਨ ਸੀਰੀਜ਼ ਯਾਦ ਕਰਨੀਆਂ ਈਜ਼ੀ ਹੋ ਜਾਣਗੀਆਂ। ਤੇ ਇਹਦੇ ਨਾਲ ਹੀ ਨਾਲ ਜਿਵੇਂ ਆਪਣੀਆਂ ਵੀਡੀਓਜ਼ ਕੰਪਲੀਟ ਹੋ ਜਾਣਗੀਆਂ ਤੇ ਮੈਂ ਤੁਹਾਨੂੰ ਜਿਹੜੀ ਹੈਗੀ ਆ PDF ਵੀ ਪ੍ਰੋਵਾਈਡ ਕਰਵਾਉਂਗੀ ਇਹਨਾਂ ਦੀ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।